ਮਿੱਤਰੋ ਤੇ ਬੇਲੀਓ, ਮੇਰਾ ਸਭਨਾਂ ਨੂੰ ਪ੍ਰੇਮ ਭਰਿਆ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਮੈਂ ਅੱਜ ਅਸੀਂ ਗੱਲ ਕਰਾਂਗੇ। ਮੇਰੇ ਉਸਤਾਦ ਵੀ ਸਨ ਔਰ ਮੇਰੇ ਨਜ਼ਰੀਆਤੀ ਸਾਥੀ ਵੀ ਸਨ ਔਰ ਟ੍ਰੇਡ ਯੂਨੀਅਨ ਦੇ ਵੀ ਮੇਰੇ ਉਸਤਾਦ ਸਨ। ਖਾਨ ਮੁਹੰਮਦ ਨਿਸਾਰ ਸਾਹਿਬ, ਉਹ ਰਮਜ਼ਾਨ 'ਚ ਈਦੋਂ ਪਹਿਲੇ ਉਹ ਮਾਰੂਫ ਹਸਪਤਾਲ ਇਸਲਾਮਾਬਾਦ ਵਿੱਚ ਦਾਖਲ ਸਨ ਔਰ ਉਹ ਮੈਂ ਚਲਾ ਗਿਆ ਸਾਂ ਸ਼ੁਖਪੁਰਾ। ਉੱਥੋਂ ਮੈਂ ਵਾਪਸ ਆਇਆ ਤੇ ਉਹਨਾਂ ਨੂੰ ਦੂਸਰੇ ਦਿਨ ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੇ ਪੁੱਤਰ ਦਾ ਮੈਨੂੰ ਫੋਨ ਆਇਆ, ਮੈਂ ਫਿਰ ਉਸ ਦਿਨ ਆ ਗਿਆ ਇੱਥੇ। ਖਾਨ ਮੁਹੰਮਦ ਨਿਸਾਰ ਸਾਹਿਬ ਦੀ ਹਿਸਟਰੀ ਜਿਹੜੀ ਜਦੋਜਹਿਦ ਹੈ ਉਹ ਸ਼ੁਰੂ ਹੁੰਦੀ ਹੈ। ਵੈਸੇ ਤਾਂ ਖਾਨ ਮੁਹੰਮਦ ਨਿਸਾਰ ਸਾਹਿਬ ਮੀਆਂ ਵਾਲੀ ਦੇ ਰਹਿਣ ਵਾਲੇ ਸਨ ਔਰ ਉਹਨਾਂ ਦੀ ਜਦੋਜਹਿਦ ਸ਼ੁਰੂ ਹੁੰਦੀ ਹੈ ਮੁਲਤਾਨ ਤੋਂ। ਉਹ ਪਾਕ ਅਰਬ ਫਰਟੀਲਾਈਜ਼ਰ ਇੱਕ ਖਾਦ ਫੈਕਟਰੀ ਸੀ, ਉਹਦੇ ਵਿੱਚ ਕੰਮ ਕਰਦੇ ਸਨ। ਮਗਰ ਉਹਨਾਂ ਦੇ ਜਿਹੜੇ ਬਾਅਦ 'ਚ ਕਲੋਨੀ ਟੈਕਸਟਾਈਲ ਮਿਲ ਔਰ ਉਹ ਸਾਰੀ ਇੱਕ ਫੈਡਰੇਸ਼ਨ ਬਣੀ। ਇਹ ਜਦੋਂ ਜ਼ਿਆਉਲ ਹਕ ਦਾ ਮਾਰਸ਼ਲ ਲੱਗਾ। ਮਗਰ ਖਾਨ ਮੁਹੰਮਦ ਨਿਸਾਰ ਸਾਹਿਬ ਜਿਹੜੇ ਸਨ, ਇਹਨਾਂ ਨੂੰ 1972-73 ਦੇ ਵਿੱਚ ਜਦੋਂ ਖਾਰ ਗਵਰਨਰ ਸੀ ਪੰਜਾਬ ਦਾ, ਉਸ ਵੇਲੇ ਇਹਨਾਂ ਨੂੰ ਬੜੀਆਂ ਮੁਰਾਦ ਦੀ ਆਫਰ ਕੀਤੀ ਗਈ। ਇਹਨਾਂ ਨਾਲ ਕਿਹਾ ਕਿ ਸਾਨੂੰ ਆਣ ਕੇ ਮਿਲ ਔਰ ਸਾਡੇ ਨਾਲ ਉਹ ਗੁਫ਼ਤਗੂ ਕਰ। ਮਗਰ ਖਾਨ ਮੁਹੰਮਦ ਨਿਸਾਰ ਮਿਲੇ ਜ਼ਰੂਰ, ਮਗਰ ਉਹਨਾਂ ਨੇ ਆਪਣਾ ਮਜ਼ਦੂਰਾਂ ਦੇ ਹੱਕ ਦੇ ਉੱਤੇ ਕੰਪਰੋਮਾਈਜ਼ ਕਰਨ ਤੇ ਇਨਕਾਰ ਕਰਤਾ। ਉਹਨਾਂ ਕਿਹਾ ਜੀ ਮੈਂ ਇਹਨਾਂ ਤੇ ਕੰਪਰੋਮਾਈਜ਼ ਨਹੀਂ ਕਰਨਾ ਤੇ ਬਾਕੀ ਜੋ ਹੈ ਤੁਸੀਂ ਜਿੱਥੇ ਮਰਜ਼ੀ ਮੇਰੇ। ਉਹਨਾਂ ਦੇ ਖਿਲਾਫ ਕੇਸ ਵੀ ਬਹੁਤ ਆਏ। ਇੱਕ ਕੇਸ ਦੇ ਵਿੱਚ ਮੈਂ ਆਨੀ ਸ਼ਾਇਦ ਵੀ ਹਾਂ, ਉਹ ਇੱਕ ਜੱਜ ਨੂੰ ਅਸੀਂ 1974 ਵਿੱਚ ਫੈਂਟਾ ਸ਼ੈਂਟਾ ਵੀ ਲਾਤਾ। ਮਗਰ ਖਰ ਦੇ ਦੌਰ ਦੇ ਵਿੱਚ ਇੱਕ ਤੇ ਉਹਨਾਂ ਨੂੰ ਖਰ ਨੇ ਆਖਿਆ ਸੀ ਇਹਨੂੰ ਜ਼ਿੰਦਾ ਜਾਂ ਮੁਰਦਾ ਗ੍ਰਿਫਤਾਰ ਕਰੋ, ਜੇ ਨਹੀਂ ਲੱਭਦਾ ਤੇ ਇਸ਼ਤਿਹਾਰੀ ਕਰ ਦਿੱਤਾ ਸੀ। ਉਸ ਤੋਂ ਬਾਅਦ ਖਾਨ ਮੁਹੰਮਦ ਨਿਸਾਰ ਨੂੰ ਗੋਲੀ ਦਾ ਆਰਡਰ ਵੀ ਕੀਤਾ ਉਹਨੇ ਔਰ ਖਾਨ ਮੁਹੰਮਦ ਨਿਸਾਰ ਸਾਹਿਬ ਨੂੰ ਲੋਕਾਂ ਦੇ ਥਰੂ, ਮੁਖਤਾਰ ਅਵਾਨ ਵਗੈਰਾ ਦੇ ਥਰੂ ਔਰ ਬਹੁਤ ਸਾਰੇ ਲੋਕ, ਇਸ਼ਫਾਕ ਅਹਿਮਦ ਖਾਨ ਸਾਹਿਬ ਇੱਕ ਹੁੰਦੇ ਸਨ ਔਰ ਸਾਹਿਬਜ਼ਾਦਾ ਫਰੂਕ ਅਲੀ ਖਾਨ ਸਾਹਿਬ, ਉਹਨਾਂ ਦੇ ਥਰੂ ਉਹਨਾਂ ਨੂੰ ਮੈਸੇਜ ਵੀ ਭੇਜੇ ਗਏ ਕਿ ਅਸੀਂ ਤੁਹਾਨੂੰ ਬਾਹਰ ਦੇ ਮੁਲਕਾਂ ਵਿੱਚ, ਕਿਧਰੇ ਯੂਰਪ ਦੇ ਵਿੱਚ ਤੁਹਾਨੂੰ ਲੇਬਰ ਅਤਾਸ਼ੀ ਲਾ ਦਿੰਦੇ ਹਾਂ ਅੰਬੈਸੀ 'ਚ, ਪਾਕਿਸਤਾਨੀ ਅੰਬੈਸੀ 'ਚ, ਔਰ ਤੁਸੀਂ ਇਹ ਖਹਿੜਾ ਛੱਡ ਦਿਓ। ਉਹਨੇ ਕਿਹਾ ਨਹੀਂ, ਮੈਂ ਆਪਣੇ ਸਾਥੀਆਂ ਨੂੰ, ਆਪਣੇ ਵਰਕਰਾਂ ਨੂੰ, ਜਿਨ੍ਹਾਂ ਦਾ ਮੈਂ ਸੈਕਟਰੀ ਜਨਰਲ ਹਾਂ, ਮੈਂ ਫੈਡਰੇਸ਼ਨ ਨੂੰ ਮੈਂ ਨਹੀਂ ਛੱਡਾਂਗਾ ਔਰ ਨਾ ਮੈਂ ਕੰਪਰੋਮਾਈਜ਼ ਕਰਾਂਗਾ। ਲਿਹਾਜ਼ਾ ਉਦੋਂ ਉਸ ਤੋਂ ਬਾਅਦ ਜਦੋਂ ਮਾਰਸ਼ਲ ਲੱਗ ਗਿਆ, ਮਾਰਸ਼ਲ ਦੇ ਵਿੱਚ ਉਹਨਾਂ ਦੇ ਹੋਰ ਵੀ ਹਾਲਾਤ ਸਖਤ ਹੋ ਗਏ ਔਰ ਖਾਨ ਸਾਹਿਬ ਇੱਥੋਂ ਲੁਕਦੇ ਲੁਕਾਉਂਦੇ, ਛੁਪਦੇ ਛੁਪਾਉਂਦੇ ਇਸਲਾਮਾਬਾਦ ਪਹੁੰਚ ਗਏ। ਇੱਥੇ ਇਸਲਾਮਿਕ ਟਾਈਮ ਜਾਂ ਵਰਲਡ ਇਸਲਾਮਿਕ ਇਸ ਤਰ੍ਹਾਂ ਦਾ ਮੈਗਜ਼ੀਨ ਬੇਗਮ ਸਾਹਿਬਾ ਨੁਸਰਤ ਭੁੱਟੋ ਸਾਹਿਬਾ ਨੇ ਕੱਢਿਆ ਸੀ, ਉਹਦੇ ਵਿੱਚ ਆਪ ਉਸ ਕੰਮ ਕਰਦੇ ਰਹੇ। ਉਸ ਤੋਂ ਬਾਅਦ 1978 ਵਿੱਚ ਜਦੋਂ ਇਹ ਨਿਕਲਿਆ ਦੀ ਮੁਸਲਮ ਡੇਲੀ ਦੀ ਮੁਸਲਮ ਮੁਰਤਜ਼ਾ ਪੋਇਆ ਸਾਹਿਬ ਦਾ, ਇਹਦੇ ਵਿੱਚ ਚਲੇ ਗਏ। ਲਿਹਾਜ਼ਾ 1982-83 ਤੋਂ ਥਰੂ ਆਊਟ ਜਿਹੜੀ ਯੂਨੀਅਨ ਦਾ ਸਦਰ ਹੁੰਦਾ ਸੀ ਜਾਂ ਯੂਨੀਅਨ ਜਿੱਤਦੀ ਸੀ, ਉਹਦੇ ਨਾਲ ਸੈਕਟਰੀ ਉਹ ਹੀ ਹੁੰਦੇ ਸਨ, ਇਲੈਕਟਡ ਹੁੰਦੇ ਸਨ। ਇਹ ਨਹੀਂ ਕਿ ਉਹ ਬਗੈਰ ਇਲੈਕਸ਼ਨ ਤੋਂ ਸੈਕਟਰੀ ਬਣ ਜਾਂਦੇ ਸਨ। ਮੈਂ 2 ਵਾਰੀ ਪ੍ਰੈਜ਼ੀਡੈਂਟ ਇਲੈਕਟ ਹੋਇਆ, ਮੇਰੇ ਨਾਲ ਉਹ ਵੀ ਸੈਕਟਰੀ ਰਹੇ ਔਰ ਅਹਿਮਦ ਖਾਲਦ ਸਾਹਿਬ ਹੁੰਦੇ ਹਨ, ਉਹ ਵੀ ਸਦਰ ਰਹੇ 2 ਵਾਰੀ, ਉਹਨਾਂ ਨਾਲ ਵੀ ਸੈਕਟਰੀ ਰਹੇ। ਬਹਰਹਾਲ ਜਿੰਨਾ ਕੰਮ ਨੂੰ ਉਹ ਸਮਝਦੇ ਹਨ ਮਜ਼ਦੂਰਾਂ ਦੇ ਹੱਕਾਂ ਦੇ ਬਾਰੇ 'ਚ, ਜਿੰਨੀ ਜਾਣਕਾਰੀ ਉਹਨਾਂ ਨੂੰ ਸੀ, ਹੋਰ ਮੈਂ ਕੋਈ ਬੰਦਾ ਮੈਂ ਅੱਜ ਤੱਕ ਨਹੀਂ ਮਿਲਿਆ। ਉਹਨਾਂ ਨੇ ਵੇਜ ਬੋਰਡ ਔਰ ਇਹ ਸਾਰੀਆਂ ਚੀਜ਼ਾਂ ਔਰ ਸਾਡਾ ਜਿਹੜਾ ਕੇਸ ਸੀ ਜਦੋਂ ਮੁਸਲਿਮ ਬੰਦ ਹੋ ਗਿਆ 98 ਦੇ ਵਿੱਚ, ਉਸ ਤੋਂ ਬਾਅਦ ਜਿਹੜਾ 98 ਦੇ ਵਿੱਚ ਬੰਦ ਹੋਇਆ ਤੇ ਫਿਰ ਜਾ ਕੇ ਆਪਣਾ ਅਸੀਂ ਉਹ ITNE ਇੱਕ ਅਖਬਾਰਾਂ ਦੀ ਅਦਾਲਤ ਹੈ, ITNE ਇੰਪਲੀਮੈਂਟੇਸ਼ਨ ਟ੍ਰਿਬਿਊਨਲ ਫਾਰ ਨਿਊਜ਼ਪੇਪਰ ਐਮਪਲਾਈਜ਼, ਉੱਥੇ ਜਾ ਕੇ ਕੇਸ ਕੀਤਾ। ਉਹ ਕੇਸ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ 2012-13 ਦੇ ਵਿੱਚ ਇੱਕ ਆਏ ਲਾਹੌਰ ਤੋਂ ਜਿਹੜੇ ਹਾਈ ਕੋਰਟ ਦੇ ਜੱਜ ਸਨ ਸ਼ੇਖ ਰਊਫ ਸਾਹਿਬ, ਉਹਨਾਂ ਨੇ ਸਾਡੇ ਹੱਕ ਵਿੱਚ ਫੈਸਲਾ ਦੇ ਦਿੱਤਾ ਕਿ ਤੁਸੀਂ ਇਹ ਪਲਾਟ ਜਿਹੜਾ ਮੁਸਲਿਮ ਅਖਬਾਰ ਦਾ CDA ਨੂੰ ਕਿਹਾ ਔਰ ਇਹਨੂੰ ਆਕਸ਼ਨ ਕਰੋ ਔਰ ਇਹਨਾਂ ਦੇ ਪੈਸੇ ਦਿਓ। ਉਸ ਤੋਂ ਬਾਅਦ ਉਹ ਕੋਰਟ ਚਲੇ ਗਏ, CDA ਵਾਲੇ ਚਲੇ ਗਏ ਕਿ ਅਸੀਂ ਪਲਾਟ ਕੈਂਸਲ ਕੀਤਾ, ਮਗਰ ਉਹ ਕੁਛ ਵੀ ਨਹੀਂ ਹੋਇਆ। 7-8 ਸਾਲ ਅਸੀਂ ਖੱਜਲ ਖਰਾਬ ਹੁੰਦੇ ਰਹੇ। ਫਿਰ ਉਸ ਤੋਂ ਬਾਅਦ
ਜਨਾਬ ਜਿਹੜੇ ਸਨ ਆਪਣਾ ਬਾਬਰ ਸਤਾਰ ਸਾਹਿਬ ਜਿਹੜੇ ਜਸਟਿਸ ਆਏ ਸਨ, ਇਹਨਾਂ ਸਾਡਾ ਇੱਕ ਮਹੀਨੇ ਦੇ ਵਿੱਚ ਸਾਡਾ ਜਿਹੜਾ ਕੰਮ ਸੀ ਨਿਬੇੜ ਦਿੱਤਾ, ਔਰ ਸਾਨੂੰ ਜਿਹੜਾ ਨਾ ਉਹਨਾਂ ਦੀ ਪਟੀਸ਼ਨ ਜਿਹੜੀ ਸੀ CDA ਦੀ ਕੈਂਸਲ ਕਰਤੀ। ਮਗਰ ਉਹ ਇਹ ਥ੍ਰੈਟ ਇੰਨਾ ਸੀ ਕਿ ਸਾਡੇ ਹੱਥੋਂ ਪਲਾਟ ਨਾ ਚਲਾ ਜੇ, ਇਸ ਵਾਸਤੇ ਪੋਇਆ ਨੇ ਸਾਨੂੰ ਪੈਸੇ ਦੇਣੇ ਸ਼ੁਰੂ ਕਰਤੇ 23-24 ਸਾਲ ਬਾਅਦ। ਲਿਹਾਜ਼ਾ ਮੈਨੂੰ ਬੜਾ ਇਸ 'ਤੇ ਖੁਸ਼ੀ ਹੈ ਕਿ ਅਸੀਂ ਉਹਨਾਂ ਨੂੰ ਜਿਹੜੇ ਪੈਸੇ ਦਵਾਤੇ 260 ਲੋਕਾਂ ਨੂੰ, ਔਰ ਉਹ ਹਰ ਬੰਦੇ ਨੂੰ, ਕਿਸੇ ਨੂੰ ਵੀ ਜਿਹੜੇ ਤੁਰ ਗਏ ਮਰ ਗਏ ਜਿਹੜੇ, ਉਹਨਾਂ ਦੇ ਵੀ ਅਜ਼ੀਜ਼ਾਂ ਨੂੰ ਲੱਭ ਕੇ ਉਹਨਾਂ ਨੂੰ ਪੈਸੇ ਦਵਾਏ ਗਏ। ਲਿਹਾਜ਼ਾ ਇਹ ਜਦੋਜਹਿਦ ਦੇ ਪਿੱਛੇ ਸਾਰਾ ਜਿਹੜਾ ਖਾਨ ਮੁਹੰਮਦ ਨਿਸਾਰ ਸਾਹਿਬ ਸਨ, ਉਹਨਾਂ ਦੀ ਜਦੋਜਹਿਦ ਸੀ, ਉਹਨਾਂ ਦਾ ਨਜ਼ਰੀਆਤੀ ਜਿਹੜਾ ਮੈਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਮੈਨੂੰ ਸਟੱਡੀ ਸਰਕਲ ਜਾਂ ਜੋ ਵੀ ਹੈ ਜੋ ਸਿਖਾਇਆ ਸੀ ਉਹਦੇ ਮੁਤਾਬਕ ਅਸੀਂ ਕੰਮ ਕੀਤਾ। ਔਰ ਅਜੇ ਤੱਕ ਜਿਹੜਾ ਹੈ ਨਾ ਉਹ ਇਸ ਵਾਸਤੇ ਉਹ ਵਿਚਾਰੇ ਜਿਹੜੇ ਹੈ ਨਾ ਈਦੋਂ ਬਾਅਦ ਉਹ ਫੌਤ ਹੋ ਗਏ, ਜਿਨ੍ਹਾਂ ਦਾ ਰੈਫਰੈਂਸ ਜਿਹੜਾ ਅਸੀਂ ਇਹ ਹੋਇਆ ਸੀ ਪ੍ਰੈਸ ਕਲੱਬ 'ਚ, ਉਹ ਹੁਣ ਤੁਸੀਂ ਫਿਲਮ ਵੇਖੋਗੇ। ਔਰ ਬਹੁਤ ਸਾਰੇ ਲੋਕਾਂ ਨੇ ਉਹਦੇ ਪੁਰਾਣੇ ਸਾਥੀ ਜਿਹੜੇ ਹਨ, ਡਾਕਟਰ ਤਨਵੀਰ ਸਾਹਿਬ ਔਰ ਇਸਮਾਈਲ ਨਿਆਜ਼ੀ ਸਾਹਿਬ ਜਿਹੜੇ ਉਹਨਾਂ ਨੂੰ ਪਾਕਰ ਫਰਟੀਲਾਈਜ਼ਰ 'ਚ ਰਹੇ ਸਨ, ਉਹ ਵੀ ਆਏ। ਔਰ ਮੁਸਲਿਮ ਦੇ ਸਾਥੀਆਂ ਨੇ ਵੀ ਆਜ਼ਾਦ ਮਲਕ ਵਗੈਰਾ ਨੇ ਸਾਰਾ ਉਹਨਾਂ ਨੂੰ ਜਿਹੜਾ ਹੈ ਨਾ ਉਹਨਾਂ 'ਤੇ ਰੈਫਰੈਂਸ ਦੇ ਵਿੱਚ ਖਰਾਜ ਤਹਿਸੀਨ ਭੇਟ ਕੀਤਾ। ਲਿਹਾਜ਼ਾ ਇਹ ਮੇਰਾ ਮੈਂ ਚੌਧਰੀ ਇਸਹਾਕ, ਮੇਰਾ ਇਸ YouTube ਚੈਨਲ ਸਾਂਝਾ ਪੰਜਾਬ, ਇਹਨੂੰ ਤੁਸੀਂ ਸਬਸਕ੍ਰਾइब भी करना है, टली का बटन भी दबाना है। रब रखा सीनियर्स को कि वो आज भी खान निसार साहब को इस दुनिया से जा भी चुके हैं, और मैं नहीं समझता कि इस तरह की वो चीज़ दे सकते हैं किसी को, उसके बावजूद उनके दोस्त आज उनको ट्रिब्यूट पेश करने के लिए यहाँ पर मौजूद है। तो मेरा ख्याल है हमारी नई नस्ल को भी ये चीज़ जो वो देखनी चाहिए। तो उस्मानी साहब ने कहा कि ये जब वो चल रहा था इलेक्शन के हवाले से, तो ये हमारा हाल खचाखच भरा था और 100 से 150 से ज़्यादा लोग तो अभी जो है वो बिल्कुल वो चीज़ें, ये फ़र्क है। तो लेकिन मैं जब देखता हूँ खान निसार साहब के हवाले से और मौलाना इमरान खालिद के हवाले से, तो कुछ शक नहीं, सर 70s के अंदर उन्होंने एक मुज़ाहमत की, सियासत की, और इस अंदाज से वर्कर्स की आवाज़ बने। और उसके साथ साथ देखिए जब वो कहते हैं आपको कदरें भी बर्दाश्त करनी पड़ती हैं, जेलें भी आपको बर्दाश्त करनी पड़ती हैं, तो एक वो टाइम होता है कि आप कॉम्प्रोमाइज़ करते हैं, तो एक आप शायद ज़िंदगी के अंदर वो शाना ज़िंदगी भी गुजार लें और चीज़ें भी आप अचीव कर लें, लेकिन जो आगे वाला वक्त होता है तो वो फिर उस तरीके से आपको वो अचीवमेंट नहीं होती। ये दोनों शख्सियात के अंदर ये कदर मुश्तरक है। जिस तरह राना खान निसार साहब ने उस वक्त हुकूमती मराद को टकराया, तो मैं पढ़ रहा था इस उनको क्योंकि मुझसे पहले उनका वो चुने था, मैंने उनके साथ काम तो नहीं किया, लेकिन मैं पढ़ रहा था कि भट्टो दौर के अंदर जब वो इस तहरीक को लीड कर रहे थे तो उनको पेशकश की गई कि उनको लेबर तलाशी बनाकर या वो भेज दिया जाता है, लेकिन उन्होंने इसके ऊपर इनकार किया और उन्होंने जेल जाना जो है वो मुनासिब समझे, अपनी ज़मीर की आवाज़ को उन्होंने लब्बैक का। तो इसी वजह से उनका वो जो काम था, वो जो सियासत थी, वो चीज़ थी, वो आज भी जिंदा है। लेकिन अभी तक मैं देखता हूँ अभी भी मुस्लिम के हवाले से जो आई थिंक 165 से ज़ायद केसेस थे जिसको वो इस बुढ़ापे के अंदर भी वो लड़ते रहे। अपना मैं अक्सर बात होती थी मेरी साहिब शरीफ साहब थे, वो कहते थे आज भी हम ये हैं, और निसार साहब इस बीमारी के अंदर भी कोर्ट के अंदर आए हैं। तो ये वो उनके काम थे कि आज उनकी जो रुका है आज भी उनको ट्रिब्यूट पेश करने के लिए यहाँ पर बैठे हैं। और मेरा ख्याल है कि हमें भी इस हवाले से तारिक उस्मानी साहब उनकी ज़िंदगी के हवाले से उनकी जो सवाल हयात मजदूरों के लिए इतना डेडिकेटेड और सिंसियर और दर्द रखने वाला पाया कि कई दफ़ा हमारी उनसे बहस होती थी कि आपकी असल मुराद जो है वो शायद ये है। तो हम उनसे ये महसूस करते थे कि जैसे हमें सेकंड प्रायोरिटी उनकी तवज्जो मिलती थी। तो लंबा सफ़र था उनका, मुश्किल सफ़र था, अक्सर उनके साथी बहुत कम साथ रहे, अक्सर मायूस होते गए, छोड़ते गए, लेकिन वो अपने उस पर डटे रहे मिशन पे। मजदूरों के लिए वो सिर्फ ये नहीं चाहते थे कि उन्हें अच्छा पे किया जाए, बल्कि
वो एक इनकलाब लाना चाहते थे, जैपनीज कल्चर की तरह। वो चाहते थे कि मजदूरों की इज्जत भी हो, उनका एक मकाम भी हो, और साथ उन्हें उसके बाद उन्हें जो उनका हक बनता है वो भी दिया जाए। काफ़ी उसमें सख्तियाँ आई, जैसे कि डॉक्टर साहब ने बताया कि एक दफ़ा ये ऑर्डर पास किए गए कि जिंदा या मुर्दा किसी हालत में भी उन्हें गिरफ्तार किया जाए। दो दौर में मिनिस्ट्री की ऑफर्स हुई, पैसे की ऑफर्स हुई कि आप मज़दूरों के हक की बात ना करें बल्कि अपनी ज़ात के लिए बात करें, वो दी जा सकती है। तो वालिद साहब का ये जवाब था कि मैं मज़दूरों का खून नहीं पी सकता। उसके बाद जर्नलिज्म में आ गए, यहाँ भी वर्कर्स के लिए लड़ते रहे। अभी डायमेंशिया की वजह से, एज फैक्टर की वजह से कॉन्शियसनेस लेवल कम था, ब्रेन फॉग थी, रिस्पॉन्स नहीं इतना अच्छा कर सकते थे, यानी बेड पे थे कुछ सालों से। इसके बावजूद अक्सर रात को 2, 3, 4 बजे उठ रहे होते थे, उठ नहीं सकते थे, कोशिश कर रहे होते थे। मेरा ज़्यादातर रात को यस नहीं है, तो रात को ही मुझे अंदाज़ा था ना भाई कोई तैयारी है। वालिद साहब के बारे में साहब अहबाब ने बातें की, हमारी सोच से भी पहले के ये साथी हैं। मैं एक दो बातें उनकी ज़िंदगी के आखिरी वक्त की बता सकता हूँ। कामरेड खालिद का, राना खालिद का तो आपकी रेफरेंस है, और जो आप बात कर रहे हैं, जो सच्चाई बयान कर रहे हैं, मैं आपकी इस सच्चाई के पीछे खड़ा हूँ। अभी थोड़ी देर पहले हमारे यही दोस्त बैठे हुए थे, अभी ये भरा हुआ था, 100 लोग थे यहाँ पे। अब जब कामरेड मजदूर के लीडरों की बात की जाती है तो अब ये नशिस्तें खाली होना शुरू हो गई, निकल गए हैं। हमारे अंदर संजीदगी नहीं है, हम नारे लगाते हैं, वाह वाह करते हैं। अभी थोड़ी देर पहले सती साहब यहाँ तारिक उस्मानी के नारे लग रहे थे, हम नारे लगा रहे थे जिंदाबाद के और मुर्दाबाद के, लेकिन कामरेड साथियों के लिए हमारे पास वक्त नहीं है। उनकी जदोजहद को हम यहाँ खराज तहसीन पेश कर रहे हैं। ये एक लंबी डिबेट है और आपकी सच्चाई वो हक़ाइक़ हैं जो हम 66 के एंड की बात करने गया, अजीज़ न्याजी साहब, मोहम्मद निसार, महबूब अली, इस्माइल साहब, ये सब लोग तो वहाँ से तो उस ज़माने से मेरी खान से दोस्ती है। फिर उस तहरीक के अंदर हमने काफ़ी आगे बढ़े, बाद में फिर उस पार्टी को 67 में बनी, हम लोग उसमें शामिल हो गए। उससे पहले हम नेशनल वाली पार्टी में RFI थे, खान थे, स्टूडेंट पॉलिटिक्स, लेबर पॉलिटिक्स का नेटवर्क करना है, उस नेटवर्क से हमें मुताबिक है। लेकिन जल्द ही अयूब खान का जो हल हो गया, अयूब खान का जो हल के बाद या काफ़ी हम लोग आगे बढ़ते रहे। लेकिन आज मैंने अभी 1 घंटा तकरीरें सुन रहा हूँ, उस वक्त भी यही तकरीरें रहने की बात। We have not gone forward. ये सोचने की बात है, क्या हमारे नज़रिए के अंदर कोई खामी है, क्या हमारे अमल के अंदर कोई खामी है, क्या हमारे राब्तों के अंदर कोई मसला है, ये सोचने की बात है। क्या हमारे नज़रिए के अंदर कोई ना कोई मसला ज़रूर है,
جس سے ہم آگے نہیں بڑھ سکتے. یہ ملک اسی جگہ پہ کھڑا ہے جہاں 1967. میں آج آپ لوگوں کو یہ دعوت دیتا ہوں کہ مل کے بیٹھیں, گفتگو کریں اور گفتگو کے بعد ہم آگے بڑھیں. وہ سیاست, وہ ٹریڈ یونینزم بیکار ہے جو ملک کو, مزدور کو, طبقات کو آگے نہیں لے جاتا. وہ ضد بیکار ہے. اس بیکاری سے آگے بڑھنے کی ضرورت ہے. ہمیں کوئی نہ کوئی نیا راستہ تلاش کرنا ہوتا ہے, اس راستے سے آگے بڑھنا. تو میری آج آپ سب لوگوں سے کہ آپ مل بیٹھے ہیں, آپ دیکھیں آپ کیا خامی ہے, کیا مسئلہ ہے, ہم آگے کیوں نہیں بڑھ سکتے, نزلی کا شکار کیوں چلے جائیں. خان صاحب سے میری ذاتی دوست ہوتے اب تک تھی, ان کی ڈیتھ سے پہلے تک. حسن تو ہمارے سامنے پیدا ہوا. بہرحال لیکن خان کا ضدی پن مجھے اچھا نہیں لگتا. یہاں اس کی بہت تعریف ہوئی, مجھے اچھا نہیں لگتا. لیکن وہ فارورڈ اس کی سیاست نے اس کی مزدوروں کو کیا سوائے 4 انکریمنٹ یا بے روزگاری. تو آپ کو یہ سوچنا پڑے. سوری ادھر عزیز کہاں پر آ رہا ہے, ان کو گولی لگی ہے. اس کے بعد ہم لوگوں نے اکٹھے بیٹھ کے گفتگو کرنے اس ارج کے بعد میرے ساتھ اصل میں جن لوگوں کے نام لوں گا وہ دنیا میں بہت کم ہے, بہت کم رہ گئے. محبوب میں بھی تھے, کریم یار میرا ایک بڑا نزدیکی تعلق رہا ہے ان سے. تقریباً 30-35 سال ان کے ساتھ ہمارا پروفیشنل ایکٹیویٹی رہی. میں 88 میں مسلم اخبار میں نے جوائن کیا تو اس وقت خان صاحب پہلے سے تھے, اور وہاں کی ساری ایکٹیویٹی بھی ورکرز کے حوالے سے جتنی ہے وہ ہمارے سامنے ہے. بھرپور طریقے سے انہوں نے کام کیا. اب اس میں یہ ہے کہ ایک ہے بنیادی طور پہ ورکرز کے لیے کتنا کرنا ہے, لوگوں کے لیے کتنا کرنا ہے. یونینزم میں یہ کچھ لوگ تو یہ کرتے ہیں کہ ہم کتنا فائدہ اٹھائیں, لیکن عہدے دار ہوتے ہیں انہوں نے خود فائدہ نہیں اٹھایا, ورکرز کے لیے کام کیا. اور میں بھی خود یونین میں رہا, اور اس کے بعد ہم آ رہی مجھے پریس کلب ہوتا کہ اس وقت تو پریس کلب بھی پنڈی پریس کلب تھا, نواز صاحب بھی بیٹھے گئے, ہماری پرانی ان سے بھی بات کی تھی اللہ. اور اس کے ساتھ ساتھ پھر یہ ہے کہ ہم نے آ رہی مجھے پی ایف یو بھرپور طریقے سے خان صاحب نے اور ہم نے کام کیا. تاکہ مجھے یاد ہے بلکہ اکثر لوگ شاید نہ بھی جانتے ہو, سینئر کچھ بیٹھے ہیں جو اس پہ جانتے ہیں کہ نثار عثمانی صاحب اور برنا صاحب جب بھی اسلام آباد میں پنڈی میں آتے تھے تو خان صاحب اور میں ہم بھرپور طریقے سے ان سے ملاقاتیں کرتے, یونین کی ساری باتیں ہوتی, اور مسلم اخبار کے حوالے سے جتنے بھی ایشوز تھے وہ بھی سارے ڈسکس کیے جاتے. آر آئی یو جے میں رہتے ہوئے, پریس کلب میں رہتے ہوئے, اور پی ایف یو جے میں. باقی یہ جو جتنے بھی یہ وہ صحافی جن کی ڈیتھ ہو گئی ہے, یہ جو آپ ان کو یہاں یہ تقریب منعقد کرتے ہو تو اس کا ایک فائدہ ریئلی یہ بھی ہے دیٹ وی گیٹ ٹو نو ایچ ادر بیٹر, کہ کس طرح ان صحافیوں نے کس مشکلات میں یہ کام کیا ہے. اگر کوئی ایک لیسن ہے تو وہ یہ ہے, ود ریفرنس رانا عمران خالد بات کر رہا ہوں, کہ اس نے رائٹ ٹو انفارمیشن قانون کا استعمال کر کے انویسٹیگیٹو جرنلسٹ کو ایک راستہ دکھا دیا. اس پر بڑے اعتراضات ہوئے, بڑے لوگوں نے اس کو کنڈیم بھی کیا, بڑے لوگوں نے اس کی تعریف بھی کی, لیکن میں سمجھتا ہوں کہ اس کی خبر جو تھی اس کی بنیاد رائٹ ٹو انفارمیشن کا قانون تھا, اور اس نے وہی خبر دی جو اس نے آر ٹی آئی کے تحت اس کو اس کی رسائی. ہمارے سینئر ہیں اعجاز ملک صاحب سے گزارش کروں گا کہ انہوں نے دونوں شخصیات کے حوالے سے بات کریں. مجموعی طور پر سماج
کی تبدیلی کے لیے ہم آگے بڑھیں گے. بہت شکریہ. رانا ابرار کا جو آخری زندگی کا حصہ ہے وہ بھی ظاہر یہ کرتا ہے کہ سماج ایون اس کا پیشہ اتنا ظالم ہے کہ ایک بندہ جس نے پوری زندگی اپنی تن من دھن لگایا ایک مطلب یہ نہیں کہ صحافت جیسے آج معذرت کے ساتھ یہ نہیں کہ جو دوست یہاں پہ موجود ہیں لیکن جو ہم دیکھتے ہیں چاہے وہ بڑے بھائی لوگوں کے ہاتھ میں کھیلنے والے نام نہاد صحافی ہوتے ہیں یا پیسے کی خاطر جو سب کچھ کرنے کے لیے تیار ہوتے ہیں. تو یہ دو وہ ساتھی ہیں جنہوں نے اس طرح کبھی سوچا بھی نہیں ہوگا کہ یہ سماج کتنی تنزلی کی طرف جائے گا. اور انہوں نے جس طرح اپنی زندگیاں گزاری, جس طرح انہوں نے جیسے ابھی بات بھی ہو رہی تھی کہ خان محمد نے آخری وقت تک کہا کہ جن کے لیے میں کھڑا ہو رہا ہوں میں پہلے قربانی دوں گا, یہ ان کو کوئی نقصان نہ ہو. یہ ایک طرز انسان ہے جس کو آج ہم یاد کرنے کے لیے آپ کا شکریہ. آپ نے ہمیں بھی دعوت دی اور جو پریس کلب کی جو نو متحد باڈی ہے آپ سے بھی ہم بڑی امیدیں وابستہ کر رہے ہیں کہ آپ بھی کامریڈوں کے طرز پہ کوئی نظریاتی بنیادوں پہ اور ان میرا خیال ہے دو ساتھیوں کو خراج عقیدت پیش کرنے کا سب سے بہتر طریقہ بھی یہی ہے اور وہ چاہتے بھی یہی کہ اگر آپ نے ہمیں یاد کرنا ہے تو آپ ہمارے طرز عمل پر چلنے کی بات کریں. آپ اس طرح کے نظریات اس کو مقصد کرتا ہوں کہ اس جذبے اور شوق کے ساتھ جس علاقے سے اٹھ کے اس حقی دارالحکومت میں انہوں نے اپنا نام بنایا اور اس پوزیشن پہ رہے, اللہ تعالیٰ ان کا اگلا جان اچھا فرمائے اور ان جنت دوست میں جگہ عطا فرمائے اور ان کی پوری فیملی کو خاص کر کے والدہ صاحب کو صبر عطا فرمائے تاکہ آپ لوگوں کو باقی صاحب بہت شکریہ. ابرار کی ماں شب کی ماں ہے, اس کی فیملی آئی ہے تو اس کی ریفرنس ہے. ہم سارے لوگ آگے بیٹے کی طرف سے اور اپنے گھر کی حیثیت میں مان جی آپ کو بھی اگر تعلق کرتے ہیں, آپ کے غم میں برابر کے شریک ہیں. اللہ تعالیٰ آپ کو آپ کی فیملی کو سب کو صبر دے. ڈاکٹر شجاع صاحب آسن شجاع صاحب سے درخواست کروں گا کہ وہ رانا ابرار اور خان محمد نثار صاحب کے حوالے